ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਤੁਰੰਤ ਹਾਊਸ ਆਫ ਕਾਮਨਸ ਦਾ ਸੈਸ਼ਨ ਸ਼ੁਰੂ ਕਰਨ ਦੀ ਕੀਤੀ ਮੰਗ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਉਹਨਾਂ ਦੀ ਪਾਰਟੀ ਹਾਊਸਿੰਗ ਸੰਕਟ ਤੇ ਚਰਚਾ ਕਰਨ ਲਈ ਕਿਸੇ ਵੀ ਸਮੇਂ ਸਦਨ 'ਚ ਵਾਪਸੀ ਲਈ ਤਿਆਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨਾਲ ਕੀਤੀ ਗੱਲਬਾਤ। ਯੂਕਰੇਨ ਦੀ ਆਜ਼ਾਦੀ ਦੀ 32ਵੀਂ ਵਰ੍ਹੇਗੰਢ ਤੇ ਰਾਸ਼ਟਰਪਤੀ ਨੂੰ ਦਿੱਤੀ ਵਧਾਈ ਤੇ ਯੂਕਰੇਨ ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਬਰੈਂਪਟਨ ਵਿਖੇ ਭਾਰਤੀ ਮੂਲ ਦੇ ਇੱਕ ਰੀਅਲ ਅਸਟੇਟ ਏਜੰਟ ਨਤੀਸ਼ ਨੂੰ ਅਫੀਮ ਦਰਾਮਦ ਕਰਨ ਦਾ ਪਾਇਆ ਗਿਆ ਦੋਸ਼ੀ। ਨਤੀਸ਼ 2013 ਚ ਸਟੱਡੀ ਪਰਮਿਟ ਤੇ ਕੈਨੇਡਾ ਪੁੱਜਾ ਸੀ, ਜਿਸ ਤੋਂ ਬਾਅਦ ਉਹ ਪੱਕਾ ਹੋਇਆ। ਟੋਰਾਂਟੋ ਦੇ ਪੱਛਮੀ ਇਲਾਕੇ 'ਚ ਵੀਰਵਾਰ ਸ਼ਾਮੀ ਹੋਈ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਹੋਈ ਮੌਤ, ਇੱਕ ਮਹਿਲਾ ਗੰਭੀਰ ਰੂਪ 'ਚ ਹੋਈ ਜ਼ਖਮੀ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਤੁਰੰਤ ਹਾਊਸ ਆਫ ਕਾਮਨਸ ਦਾ ਸੈਸ਼ਨ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਕੰਜ਼ਰਵੇਟਿਵ ਲੀਡਰ ਨੇ ਹਾਊਸਿੰਗ ਸੰਕਟ ਲਈ ਟਰੂਡੋ ਨੂੰ ਜ਼ਿੰਮੇਵਾਰ ਆਖਦਿਆਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਕੋਲ ਮਾਰਗੇਜ ਤੇ ਵਿਆਜ ਦਰਾਂ ਘਟਾਉਣ ਲਈ ਬਜਟ ਨੂੰ ਸੰਤੁਲਿਤ ਕਰਨ ਬਾਬਤ ਬਿਹਤਰ ਨੀਤੀਆਂ ਨੇ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੀ ਪਾਰਟੀ ਹਾਊਸਿੰਗ ਸੰਕਟ ਤੇ ਚਰਚਾ ਕਰਨ ਲਈ ਕਿਸੇ ਵੀ ਸਮੇਂ ਸਦਨ 'ਚ ਵਾਪਸੀ ਲਈ ਤਿਆਰ ਹੈ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਤੁਰੰਤ ਹਾਊਸ ਆਫ ਕਾਮਨਸ ਦਾ ਸੈਸ਼ਨ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਸ਼ਾਰਲਟ ਟਾਊਨ 'ਚ ਚੱਲੀ 3 ਰੋਜ਼ਾ ਲਿਬਰਲ ਕੈਬਨਿਟ ਰਿਟਰੀਟ ਦੀ ਸਮਾਪਤੀ ਤੋਂ ਬਾਅਦ ਪੋਲੀਏਵਰ ਨੇ ਇਹ ਮੰਗ ਕੀਤੀ ਹੈ। ਟਰੂਡੋ ਤੇ ਤੰਜ਼ ਕੱਸਦਿਆਂ ਪੋਲੀਏਵਰ ਨੇ ਕਿਹਾ ਕਿ ਛੁੱਟੀਆਂ ਖਤਮ ਹੋ ਗਈਆਂ ਨੇ ਤੇ ਹੁਣ ਹਾਊਸ ਆਫ ਕਾਮਨਸ ਦੀ ਕਾਰਵਾਈ ਦੁਬਾਰਾ ਸ਼ੁਰੂ ਕਰਨ ਦਾ ਸਮਾਂ ਹੈ ਤਾਂ ਕਿ ਕੈਨੇਡੀਅਨਜ਼ ਨੂੰ ਘਰ ਦਿੱਤਾ ਜਾ ਸਕੇ। ਉਂਝ ਹਾਊਸ ਦਾ ਸੈਸ਼ਨ 18 ਸਤੰਬਰ ਨੂੰ ਸ਼ੁਰੂ ਹੋਣਾ ਨਿਰਧਾਰਤ ਹੈ, ਪਰ ਟਰੂਡੋ ਇਸ ਨੂੰ ਪਹਿਲਾਂ ਵੀ ਬੁਲਾ ਸਕਦੇ ਨੇ। ਕੰਜ਼ਰਵੇਟਿਵ ਲੀਡਰ ਨੇ ਹਾਊਸਿੰਗ ਸੰਕਟ ਲਈ ਟਰੂਡੋ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਕੋਲ ਮਾਰਗੇਜ ਤੇ ਵਿਆਜ ਦਰਾਂ ਘਟਾਉਣ ਲਈ ਬਜਟ ਨੂੰ ਸੰਤੁਲਿਤ ਕਰਨ ਬਾਬਤ ਬਿਹਤਰ ਨੀਤੀਆਂ ਨੇ। ਬੈਂਕ ਆਫ ਕੈਨੇਡਾ ਨੇ ਜੁਲਾਈ 'ਚ ਕਿਹਾ ਸੀ ਕਿ ਤਕਰੀਬਨ 1/3 ਮਾਰਗੇਜ ਧਾਰਕ ਵਿਆਜ ਦਰ ਵਾਧਿਆਂ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਨੇ। ਪਿਛਲੇ ਸਾਲ ਦੀ ਤੁਲਨਾ 'ਚ ਜੁਲਾਈ ਦੌਰਾਨ ਮਾਰਗੇਜ ਵਿਆਜ ਦਰ 'ਚ 30.6% ਵਾਧਾ ਹੋਇਆ ਹੈ। ਮੁਲਕ ਦੀ ਮਹਿੰਗਾਈ ਦਰ ਨੂੰ ਉੱਪਰ ਧੱਕਣ ਦਾ ਇਹ ਸਭ ਤੋਂ ਵੱਡਾ ਕਾਰਨ ਸੀ। ਟਰੂਡੋ ਨੇ ਬੁੱਧਵਾਰ ਨੂੰ ਕਿਹਾ ਕਿ ਹਾਊਸਿੰਗ ਸੰਕਟ ਦੇ ਹੱਲ ਲਈ ਕੋਈ ਰਾਮਬਾਣ ਨਹੀਂ ਹੈ ਤੇ ਸਰਕਾਰ ਸੂਬਿਆਂ, ਮਿਊਨਿਸਪੈਲਿਟੀਆਂ, ਪ੍ਰਾਈਵੇਟ ਸੈਕਟਰ ਅਤੇ ਨਾਨ ਪ੍ਰੋਫਿਟ ਸੈਕਟਰ ਨਾਲ ਮਿਲ ਕੇ ਕੰਮ ਕਰਨ ਤੇ ਫੋਕਸ ਕਰ ਰਹੀ ਹੈ। ਟਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵਧੇਰੇ ਘਰ ਬਣਾਉਣ ਤੇ ਕੇਂਦਰਿਤ ਹੈ ਤੇ ਦਾਅਵਾ ਕਰਦੇ ਹਨ ਕਿ ਉਹ ਅਗਲੇ ਦਹਾਕੇ ਦੌਰਾਨ ਨਵੇਂ ਮਕਾਨਾਂ ਦੀ ਉਸਾਰੀ ਨੂੰ ਦੁੱਗਣਾ ਕਰਨ ਦੇ ਰਾਹ ਤੇ ਨੇ। ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਅਨੁਸਾਰ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਕੈਨੇਡਾ ਨੂੰ 2030 ਤੱਕ 5.8 ਮਿਲੀਅਨ ਨਵੇਂ ਘਰ ਬਣਾਉਣ ਦੀ ਲੋੜ ਹੈ, ਜਿਸ ਵਿੱਚ 20 ਲੱਖ ਰੈਂਟਲ ਯੂਨਿਟ ਸ਼ਾਮਲ ਨੇ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੀ ਪਾਰਟੀ ਹਾਊਸਿੰਗ ਸੰਕਟ ਤੇ ਚਰਚਾ ਕਰਨ ਲਈ ਕਿਸੇ ਵੀ ਸਮੇਂ ਸਦਨ 'ਚ ਵਾਪਸੀ ਲਈ ਤਿਆਰ ਹੈ। ਜਗਮੀਤ ਸਿੰਘ ਨੇ ਕਿਹਾ ਕਿ ਪੋਲੀਏਵਰ ਮਿਊਨਿਸਪੈਲਿਟੀਆਂ ਨੂੰ ਦੋਸ਼ੀ ਠਹਿਰਾਉਂਦੇ ਰਹਿੰਦੇ ਨੇ ਤੇ ਜਸਟਿਨ ਟਰੂਡੋ ਦੂਸਰਿਆਂ ਤੇ ਇਲਜ਼ਾਮ ਦਿੰਦੇ ਨੇ। ਉਹਨਾਂ ਕਿਹਾ ਕਿ ਐਨਡੀਪੀ ਇਸ ਗੱਲ ਤੇ ਕੇਂਦਰਿਤ ਹੈ ਕਿ ਸਾਨੂੰ ਹੋਰ ਘਰ ਬਣਾਉਣੇ ਚਾਹੀਦੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਯੂਕਰੇਨ ਦੀ ਆਜ਼ਾਦੀ ਦੀ 32ਵੀਂ ਵਰ੍ਹੇਗੰਢ ਤੇ ਰਾਸ਼ਟਰਪਤੀ ਨੂੰ ਵਧਾਈ ਦਿੱਤੀ ਤੇ ਯੂਕਰੇਨ ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ, ਜੋ ਕੈਨੇਡੀਅਨਾਂ ਅਤੇ ਦੁਨੀਆ ਭਰ ਦੇ ਲੋਕਾਂ ਲਈ ਪ੍ਰੇਰਣਾ ਸਰੋਤ ਬਣੇ ਹੋਏ ਨੇ, ਕਿਉਂਕਿ ਉਹ ਆਪਣੇ ਦੇਸ਼ ਦੀ ਪ੍ਰਭੂ ਸੱਤਾ ਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਦੇ ਰਹਿੰਦੇ ਨੇ। ਦੋਵਾਂ ਨੇਤਾਵਾਂ ਨੇ ਯੂਕਰੇਨ ਦੀਆਂ ਮੌਜੂਦਾ ਤੇ ਭਵਿੱਖੀ ਫੌਜੀ, ਵਿੱਤੀ ਤੇ ਮਾਨਵਤਾਵਾਦੀ ਲੋੜਾਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਟਰੂਡੋ ਨੇ ਰੂਸ ਦੇ ਬੇਰਹਿਮ ਤੇ ਗੈਰ ਵਾਜਬ ਹਮਲੇ ਦੇ ਨਾਲ-ਨਾਲ ਇੱਕ ਨਿਆਂਪੂਰਨ ਤੇ ਟਿਕਾਊ ਸ਼ਾਂਤੀ ਲਈ ਰਾਸ਼ਟਰਪਤੀ ਜ਼ੈਲੈਂਸਕੀ ਦੇ ਚੱਲ ਰਹੇ ਕੂਟਨੀਤਿਕ ਯਤਨਾਂ ਦੇ ਮੱਦੇਨਜ਼ਰ ਯੂਕਰੇਨ ਲਈ ਕੈਨੇਡਾ ਦੇ ਅਟੁੱਟ ਸਮਰਥਨ ਦੀ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਦੇ ਸੁਤੰਤਰਤਾ ਦਿਵਸ ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, 1991 'ਚ ਅੱਜ ਦੇ ਦਿਨ ਯੂਕਰੇਨ ਨੇ ਇੱਕ ਆਜ਼ਾਦ ਤੇ ਪ੍ਰਭੂ ਸੱਤਾ ਸੰਪੰਨ ਰਾਸ਼ਟਰ ਵਜੋਂ ਅੰਤਰਰਾਸ਼ਟਰੀ ਪ੍ਰਣਾਲੀ 'ਚ ਆਪਣੀ ਸਹੀ ਜਗ੍ਹਾ ਨੂੰ ਮਜ਼ਬੂਤ ਕਰਦੇ ਹੋਏ ਆਪਣੀ ਆਜ਼ਾਦੀ ਦਾ ਐਲਾਨ ਕੀਤਾ। ਕੈਨੇਡਾ ਇਸ ਤੱਥ ਨੂੰ ਪਛਾਣਨ ਵਾਲਾ ਪਹਿਲਾ ਪੱਛਮੀ ਦੇਸ਼ ਸੀ ਤੇ ਸਾਡੇ ਦੇਸ਼ ਉਦੋਂ ਤੋਂ ਕਰੀਬੀ ਦੋਸਤ ਤੇ ਮਜ਼ਬੂਤ ਭਾਈਵਾਲ ਰਹੇ ਨੇ। ਅੱਜ ਸਾਨੂੰ ਯੂਕਰੇਨ ਦੇ ਲੋਕਾਂ ਦੀ ਹਿੰਮਤ,
ਦ੍ਰਿੜਤਾ ਅਤੇ ਲਚਕੀਲੇਪਨ ਦੀ ਯਾਦ ਆਉਂਦੀ ਹੈ, ਕਿਉਂਕਿ ਉਹ ਤਾਨਾਸ਼ਾਹੀ ਹਮਲੇ ਦੇ ਵਿਰੁੱਧ ਬਹਾਦਰੀ ਨਾਲ ਲੜਦੇ ਨੇ। ਸਾਰੇ ਯੂਕਰੇਨੀਅਨਾਂ ਲਈ ਤੁਸੀਂ ਇਸ ਲੜਾਈ 'ਚ ਇਕੱਲੇ ਨਹੀਂ ਹੋ। ਕੈਨੇਡਾ ਹਮੇਸ਼ਾ ਤੁਹਾਡੇ ਨਾਲ ਖੜਾ ਰਹੇਗਾ, ਕਿਉਂਕਿ ਤੁਸੀਂ ਆਪਣੀ ਆਜ਼ਾਦੀ, ਸੁਤੰਤਰਤਾ ਤੇ ਲੋਕਤੰਤਰ ਦੀ ਰੱਖਿਆ ਕਰਦੇ ਹੋ। ਕੈਨੇਡਾ 'ਚ ਬਰੈਂਪਟਨ ਵਿਖੇ ਭਾਰਤੀ ਮੂਲ ਦੇ ਇੱਕ ਰੀਅਲ ਅਸਟੇਟ ਏਜੰਟ ਨਿਤੀਸ਼ ਨੂੰ ਅਫੀਮ ਦਰਾਮਦ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਨਿਤੀਸ਼ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣਗੇ। ਨਿਤੀਸ਼ ਦਾ ਫਾਇਦਾ ਉਸਦੇ ਜਾਣਕਾਰ ਇੱਕ ਬੇਈਮਾਨ ਵਿਅਕਤੀ ਨੇ ਉਠਾਇਆ ਸੀ। ਨਿਤੀਸ਼ 2013 ਚ ਸਟੱਡੀ ਪਰਮਿਟ ਤੇ ਕੈਨੇਡਾ ਪੁੱਜਾ ਸੀ, ਜਿਸ ਤੋਂ ਬਾਅਦ ਉਹ ਪੱਕਾ ਹੋਇਆ। ਕੈਨੇਡਾ ਚ ਬਰੈਂਪਟਨ ਵਿਖੇ ਭਾਰਤੀ ਮੂਲ ਦੇ ਇੱਕ ਰੀਅਲ ਅਸਟੇਟ ਏਜੰਟ ਨੂੰ ਅਫੀਮ ਦਰਾਮਦ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਮਾਮਲੇ 'ਚ ਉਸ ਨੂੰ 7 ਸਾਲ ਦੀ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਇੱਕ ਸਥਾਨਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਬਰੈਂਪਟਨ ਗਾਰਜੀਅਨ ਦੀ ਰਿਪੋਰਟ ਅਨੁਸਾਰ ਇੱਕ ਜਿਊਰੀ ਨੇ 34 ਸਾਲਾ ਨਿਤੀਸ਼ ਵਰਮਾ ਨੂੰ ਅਫੀਮ ਦੀ ਦਰਾਮਦ ਦੇ ਇੱਕ ਮਾਮਲੇ 'ਚ ਦੋਸ਼ੀ ਪਾਇਆ। ਰਿਪੋਰਟ ਅਨੁਸਾਰ ਨਿਤੀਸ਼ ਵਰਮਾ ਨੂੰ 4 ਅਗਸਤ 2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਆ ਕਰਮਚਾਰੀਆਂ ਨੂੰ ਮਠਿਆਈ ਦੇ ਡੱਬਿਆਂ ਦੇ ਅੰਦਰ 13.7 ਕਿਲੋਗ੍ਰਾਮ ਅਫੀਮ ਮਿਲੀ ਸੀ। ਉਦੋਂ ਉਹ ਭਾਰਤ ਤੋਂ ਵਾਪਸ ਆਇਆ ਸੀ। ਨਸ਼ੀਲੇ ਪਦਾਰਥਾਂ ਦੀ ਕੀਮਤ $2,94,316 ਤੇ $9,36,460 ਤੱਕ ਸੀ। ਉਧਰ ਨਿਤੀਸ਼ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ ਦਲੀਲ ਦਿੱਤੀ ਸੀ ਕਿ ਉਹ ਨਹੀਂ ਜਾਣਦਾ ਕਿ ਮਠਿਆਈਆਂ ਦੇ ਡੱਬਿਆਂ 'ਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਨੇ, ਕਿਉਂਕਿ ਉਹ ਆਪਣੇ ਇੱਕ ਦੋਸਤ ਦੀ ਬੇਨਤੀ ਤੇ ਇਹ ਡੱਬੇ ਕੈਨੇਡਾ ਲਿਆ ਰਿਹਾ ਸੀ। ਨਿਤੀਸ਼ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣਗੇ। ਨਿਤੀਸ਼ ਦਾ ਫਾਇਦਾ ਉਸ ਦੇ ਜਾਣਕਾਰ ਇੱਕ ਬੇਈਮਾਨ ਵਿਅਕਤੀ ਨੇ ਉਠਾਇਆ ਸੀ। ਉਧਰ ਜੱਜ ਨੇ ਆਪਣੇ ਫੈਸਲੇ 'ਚ ਇਹ ਵੀ ਕਿਹਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਵਰਮਾ ਦੇ ਨਸ਼ਾ ਤਸਕਰਾਂ ਨਾਲ ਸਬੰਧ ਸਨ। ਨਿਤੀਸ਼ ਦੇ ਕਈ ਦੋਸਤਾਂ ਤੇ ਪਰਿਵਾਰ ਵਾਲਿਆਂ ਨੇ ਸਜ਼ਾ ਸੁਣਾਏ ਜਾਣ ਦੌਰਾਨ ਉਸ ਦੇ ਸਮਰਥਨ 'ਚ ਪੱਤਰ ਲਿਖੇ ਸਨ। ਨਿਤੀਸ਼ ਨੇ ਅਦਾਲਤ ਨੂੰ ਦੱਸਿਆ ਕਿ ਉਹ ਆਪਣੀ ਭੈਣ ਦੇ ਪਤੀ ਨੂੰ ਲੱਭਣ 'ਚ ਮਦਦ ਕਰਨ ਲਈ ਭਾਰਤ ਗਿਆ ਸੀ ਤੇ ਵਾਪਸੀ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਵਾਪਸ ਆਉਣ ਤੋਂ ਪਹਿਲਾਂ ਦਿੱਲੀ ਦੇ ਹਵਾਈ ਅੱਡੇ ਤੇ ਉਸ ਨੂੰ ਮਠਿਆਈ ਦੇ ਡੱਬੇ ਦਿੱਤੇ ਗਏ ਸਨ। ਇੱਥੇ ਦੱਸ ਦਈਏ ਕਿ ਨਿਤੀਸ਼ 2013 'ਚ ਸਟੱਡੀ ਪਰਮਿਟ ਤੇ ਕੈਨੇਡਾ ਪੁੱਜਾ ਸੀ, ਜਿਸ ਤੋਂ ਬਾਅਦ ਉਹ ਪੱਕਾ ਹੋਇਆ। ਫਿਰ ਟੈਲੀਕਮਿਊਨੀਕੇਸ਼ਨ ਦੀਆਂ ਵੱਡੀਆਂ ਕੰਪਨੀਆਂ 'ਚ ਕੰਮ ਕਰਨ ਤੋਂ ਬਾਅਦ ਲਾਇਸੈਂਸ ਲੈ ਕੇ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਨ ਲੱਗ ਪਿਆ। ਬਾਰਡਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਗਰਮੀਆਂ 'ਚ 2 ਮਹੀਨਿਆਂ ਦੀ ਮਿਆਦ ਦੇ ਅੰਦਰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੇ 3.3 ਟਨ ਤੋਂ ਵੱਧ ਗੈਰ ਕਾਨੂੰਨੀ ਪਦਾਰਥ ਤੇ ਖਤਰਨਾਕ ਦਵਾਈਆਂ ਬਰਾਮਦ ਕੀਤੀਆਂ ਗਈਆਂ ਨੇ। ਵੀਰਵਾਰ ਨੂੰ ਜਾਰੀ ਇੱਕ ਪ੍ਰੈਸ ਰਿਲੀਜ਼ 'ਚ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੂੰ ਕਿਹਾ ਗਿਆ ਕਿ ਇਹ ਦਵਾਈਆਂ, ਜਿਨ੍ਹਾਂ ਦੀ ਪਹਿਚਾਣ PMNK ਇਥਾਈਲ ਗਲਾਈਸੇਡੇਟ ਅਤੇ 1,4-ਬਿਊਟੇਨਡੀਓਲ ਵਜੋਂ ਕੀਤੀ ਗਈ ਹੈ, ਏਸ਼ੀਆ ਤੋਂ ਆਉਣ ਵਾਲੇ ਕਈ ਵੱਖ-ਵੱਖ ਸ਼ਿਪਮੈਂਟਾਂ 'ਚ ਮਿਲੀਆਂ ਨੇ। ਉਹਨਾਂ ਦੱਸਿਆ ਕਿ ਇਹਨਾਂ ਡਰੱਗਸ ਨੂੰ ਇਸ ਸਾਲ ਜੂਨ ਅਤੇ ਜੁਲਾਈ ਦਰਮਿਆਨ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਵੱਲੋਂ ਰੋਕਿਆ ਗਿਆ ਸੀ। CBSA ਦਾ ਕਹਿਣਾ ਹੈ ਕਿ ਇਹਨਾਂ ਦਵਾਈਆਂ ਦੀ ਵਰਤੋਂ MDMA ਬਣਾਉਣ ਲਈ ਕੀਤੀ ਜਾਂਦੀ ਹੈ, ਜਿਸ ਨੂੰ ਐਕਸਟਸੀ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਹਨਾਂ ਦੀ ਵਰਤੋਂ ਹੋਰ ਮਨੋਵਿਗਿਆਨਕ ਦਵਾਈਆਂ 'ਚ ਕੀਤੀ ਜਾਂਦੀ ਹੈ, ਜਿਹੜੀਆਂ ਅਕਸਰ ਸਰੀਰਕ ਤੇ ਜਿਨਸੀ ਹਮਲੇ ਕਰਨ ਲਈ ਵਰਤੀਆਂ ਜਾਂਦੀਆਂ ਨੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਦਵਾਈਆਂ ਕੇਂਦਰੀ ਦਿਮਾਗੀ ਪ੍ਰਣਾਲੀ ਤੇ ਅਸਰ ਕਰਦੀਆਂ ਨੇ ਤੇ ਜੋ ਕਿ ਮੂਡ, ਜਾਗਰੂਕਤਾ ਅਤੇ ਵਿਵਹਾਰ 'ਚ ਤਬਦੀਲੀਆਂ ਦਾ ਕਾਰਨ ਬਣ ਸਕਦੀਆਂ ਨੇ। ਉਹਨਾਂ ਕਿਹਾ ਕਿ ਇਸ ਰੋਕ ਨੇ MDMA ਅਤੇ ਹੋਰ ਦਵਾਈਆਂ ਦੀਆਂ ਲੱਖਾਂ ਖੁਰਾਕਾਂ ਨੂੰ ਕੈਨੇਡੀਅਨਾਂ ਭਾਈਚਾਰਿਆਂ ਤੱਕ ਪਹੁੰਚਣ ਤੋਂ ਰੋਕਿਆ ਹੋ ਸਕਦਾ ਹੈ। ਟੋਰਾਂਟੋ ਦੇ ਪੱਛਮੀ ਇਲਾਕੇ 'ਚ ਵੀਰਵਾਰ ਸ਼ਾਮੀ ਹੋਈ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਪੁਲਿਸ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਘਟਨਾ ਦੇ ਵੇਰਵਿਆਂ ਮੁਤਾਬਕ ਇਹ ਗੋਲੀਬਾਰੀ ਵੀਰਵਾਰ ਸ਼ਾਮੀ 7:30 ਤੋਂ ਬਾਅਦ ਡਫਰਿਨ ਸਟਰੀਟ ਦੇ ਪੂਰਬ 'ਚ ਨਾਰਥ ਕਲਿਫ ਬੁਲੇਵਾਰਡ ਅਤੇ ਸੇਂਟ ਕਲੀਅਰ ਐਵਨਿਊ ਵੈਸਟ ਇਲਾਕੇ 'ਚ ਹੋਈ। ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਟੋਰਾਂਟੋ ਪੁਲਿਸ ਦੇ ਅਧਿਕਾਰੀਆਂ ਅਤੇ ਪੈਰਾਮੈਡਿਕਸ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ। ਇਸ ਬਾਰੇ 'ਚ ਜਾਣਕਾਰੀ ਦਿੰਦਿਆਂ ਡਿਊਟੀ ਇੰਸਪੈਕਟਰ ਮਾਹਿਰ ਅਬਦੇਲ ਮਲਿਕ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਮੌਕੇ ਤੇ ਇੱਕ ਪੁਰਸ਼ ਅਤੇ ਇੱਕ ਮਹਿਲਾ ਨੂੰ ਗੰਭੀਰ ਹਾਲਤ 'ਚ ਦੇਖਿਆ ਗਿਆ। ਉਹਨਾਂ ਦੱਸਿਆ ਕਿ ਇੱਕ ਦੇ ਪੇਟ 'ਚ ਗੋਲੀ ਲੱਗੀ ਸੀ, ਜਦਕਿ ਦੂਜੇ ਦੇ ਪੈਰ 'ਚ। ਉਹਨਾਂ ਇਹ ਵੀ ਦੱਸਿਆ ਕਿ ਦੋਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਕਤ ਪੁਰਸ਼ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਅਬਦੇਲ ਮਲਿਕ ਨੇ ਕਿਹਾ ਕਿ ਪੀੜਿਤ ਔਰਤ ਦੀ ਹਾਲਤ ਫਿਲਹਾਲ ਸਥਿਰ ਹੈ।
ਉਹਨਾਂ ਦੱਸਿਆ ਕਿ ਗੋਲੀਬਾਰੀ ਦੀ ਇਸ ਘਟਨਾ ਦੇ ਸਬੰਧ 'ਚ ਪੁਲਿਸ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ, ਜਿਹੜਾ ਕਿ ਮੌਕੇ ਤੋਂ ਪੈਦਲ ਭੱਜ ਗਿਆ। ਅਬਦੇਲ ਮਲਿਕ ਅਨੁਸਾਰ ਘਟਨਾ ਵਾਲੀ ਥਾਂ ਤੋਂ ਇੱਕ ਬੰਦੂਕ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਸ਼ੁਰੂਆਤੀ ਪੜਾਅ 'ਚ ਹੈ, ਇਸ ਲਈ ਇਹ ਕਹਿਣਾ ਕਿ ਪੀੜਤਾਂ ਅਤੇ ਸ਼ੱਕੀ ਵਿਚਾਲੇ ਕੋਈ ਸਬੰਧ ਹੈ ਜਾਂ ਨਹੀਂ ਜਲਦਬਾਜ਼ੀ ਹੋਵੇਗਾ। ਫਿਲਹਾਲ ਉਹਨਾਂ ਨੇ ਪੀੜਤਾਂ ਦੀ ਪਹਿਚਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਕੈਨੇਡੀਅਨ ਓਮਬਡਸਪਰਸਨ ਫॉर ਰਿਸਪੌਂਸਿਬਲ ਐਂਟਰਪ੍ਰਾਈਜ਼ ਇਸ ਗੱਲ ਦੀ ਜਾਂਚ ਕਰ ਰਿਹਾ ਕਿ ਵਾਲਮਾਰਟ, ਹਿਊਗੋ ਬੌਸ ਤੇ ਡੀਜ਼ਲ ਦੀਆਂ ਸਪਲਾਈ ਚੇਨਾਂ 'ਚ ਜ਼ਬਰਨ ਮਜ਼ਦੂਰੀ ਮੌਜੂਦ ਹੈ। ਕੈਨੇਡਾ ਦੀ ਰਿਸਪੌਂਸਿਬਲ ਐਂਟਰਪ੍ਰਾਈਜ਼ਜ਼ ਓਮਬਡਸਪਰਸਨ ਸ਼ੈਰੀ ਮੇਅਰ ਹੌਫਰ ਨੇ ਅੱਜ 3 ਰਿਪੋਰਟਾਂ ਜਾਰੀ ਕੀਤੀਆਂ, ਜਿਸ ਵਿੱਚ ਕਿਹਾ ਗਿਆ ਕਿ ਤਿੰਨਾਂ ਵਿੱਚੋਂ ਕਿਸੇ ਵੀ ਕੰਪਨੀ ਨੇ ਇਹ ਦਰਸਾਉਣ ਲਈ ਲੋੜੀਂਦਾ ਕੰਮ ਨਹੀਂ ਕੀਤਾ ਕਿ ਉਹ ਕੈਨੇਡਾ 'ਚ ਜੋ ਉਤਪਾਦ ਵੇਚਦੇ ਨੇ ਉਹ ਬੰਧੂਆ ਜਾਂ ਜ਼ਬਰਨ ਮਜ਼ਦੂਰੀ ਤੋਂ ਮੁਕਤ ਨੇ। ਵੈਬਸਾਈਟ ਦੇ ਅਨੁਸਾਰ ਕੋਰ ਦਫ਼ਤਰ ਕੈਨੇਡੀਅਨ ਕੰਪਨੀਆਂ ਦੇ ਮੁਲਕੋਂ ਬਾਹਰ ਕੰਮਕਾਜ ਦੌਰਾਨ ਸੰਭਾਵਿਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਬਾਰੇ ਸ਼ਿਕਾਇਤਾਂ ਦੀ ਸਮੀਖਿਆ ਕਰਦਾ ਹੈ। ਤਿੰਨੋਂ ਕੰਪਨੀਆਂ ਦੀਆਂ ਕੈਨੇਡੀਅਨ ਸਬਸਿਡਰੀ ਕੰਪਨੀਆਂ ਤੇ ਉਹਨਾਂ ਸਪਲਾਇਰਾਂ ਤੇ ਨਿਰਭਰ ਹੋਣ ਦਾ ਦੋਸ਼ ਹੈ ਜੋ ਚੀਨ ਦੇ ਸ਼ਿਨਜਿਆਂਗ ਖੇਤਰ ਵਿੱਚ ਕੰਮ ਕਰਨ ਲਈ ਮਜਬੂਰ ਕੀਤੇ ਗਏ ਵੀਗਰ ਲੋਕਾਂ ਤੋਂ ਸਮੱਗਰੀ ਪ੍ਰਾਪਤ ਕਰਦੇ ਨੇ। ਵਾਲਮਾਰਟ, ਹਿਊਗੋ ਬੌਸ ਤੇ ਡੀਜ਼ਲ ਤਿੰਨੇ ਕਹਿੰਦੇ ਨੇ ਕਿ ਉਹ ਮਜ਼ਬੂਤ ਸਲੇਵਰੀ ਪ੍ਰੋਟੋਕੋਲ ਦਾ ਪਾਲਣ ਕਰਦੇ ਨੇ ਅਤੇ ਆਪਣੇ ਉਤਪਾਦਾਂ ਦੇ ਸਰੋਤ ਦੀ ਜਾਂਚ ਕਰਦੇ ਨੇ, ਪਰ ਸ਼ੈਰੀ ਨੇ ਕਿਹਾ ਕਿ ਕਿਸੇ ਨੇ ਵੀ ਵਿਸ਼ੇਸ਼ ਦੋਸ਼ਾਂ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਮੁੱਖ ਚੁਣੌਤੀ ਇਹ ਹੈ ਕਿ ਸ਼ਿਨਜਿਆਂਗ ਦੇ ਉਤਪਾਦਾਂ ਨੂੰ ਅਕਸਰ ਦੂਜੇ ਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ, ਮਤਲਬ ਕਿ ਵੀਅਤਨਾਮ ਵਰਗੇ ਦੇਸ਼ਾਂ ਤੋਂ ਹੁੰਦੇ ਆਯਾਤ 'ਚ ਚੀਨ ਦੀ ਜ਼ਬਰਨ ਮਜ਼ਦੂਰੀ ਸ਼ਾਮਲ ਹੋ ਸਕਦੀ ਹੈ ਜੇਕਰ ਇਸ ਨੂੰ ਧਿਆਨ ਨਾਲ ਟਰੇਸ ਨਹੀਂ ਕੀਤਾ ਜਾਂਦਾ। ਓਮਬਡਸਪਰਸਨ ਵੱਲੋਂ ਹੁਣ ਤੱਕ ਸਾਰੇ 7 ਮੁੱਢਲੇ ਮੁਲਾਂਕਣ ਵੀਗਰ ਲੋਕਾਂ ਨਾਲ ਹੁੰਦੀ ਜ਼ਬਰਨ ਮਜ਼ਦੂਰੀ ਦੇ ਦੋਸ਼ਾਂ ਨਾਲ ਸੰਬੰਧਿਤ ਨੇ। ਹਾਲਾਂਕਿ ਚੀਨ ਨੇ ਪੁਰਜ਼ੋਰ ਤਰੀਕੇ ਨਾਲ ਅਜਿਹੇ ਵਰਤਾਰੇ ਤੋਂ ਇਨਕਾਰ ਕੀਤਾ ਹੈ। ਰਿਪਬਲਿਕਨ ਪਾਰਟੀ ਵੱਲੋਂ 2024 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਮਿਲਵਾਕੀ 'ਚ ਪਹਿਲੀ ਪ੍ਰਾਇਮਰੀ ਬਹਿਸ ਦਾ ਆਯੋਜਨ ਬੁੱਧਵਾਰ ਰਾਤ ਨੂੰ ਕੀਤਾ ਗਿਆ। ਪਾਰਟੀ ਦੇ 8 ਉਮੀਦਵਾਰ ਪਹਿਲੀ ਵਾਰ ਸਟੇਜ ਤੇ ਇਕੱਠੇ ਆਏ ਤੇ ਇਸ ਦੌਰਾਨ ਉਹਨਾਂ ਵੱਲੋਂ ਵੋਟਰਾਂ ਦਾ ਪੂਰਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਉਮੀਦਵਾਰਾਂ 'ਚ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ, ਉਦਯੋਗਪਤੀ ਵਿਵੇਕ ਰਾਮਾਸਵਾਮੀ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ, ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਨਿੱਕੀ ਹੈਲੀ, ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ, ਦੱਖਣੀ ਕੈਰੋਲੀਨਾ ਸੇਨ ਟਿਮ ਸਕਾਟ, ਅਰਕਨਸਾਸ ਦੇ ਸਾਬਕਾ ਗਵਰਨਰ ਆਸਾ ਹਚਿਕਨਸਨ ਅਤੇ ਨਾਰਥ ਡਕੋਟਾ ਗਵਰਨਰ ਡਗ ਬਰਗਮ ਦੇ ਨਾਂ ਸ਼ਾਮਿਲ ਸਨ। ਬੁੱਧਵਾਰ ਨੂੰ ਇਸ ਬਹਿਸ ਦਾ ਆਯੋਜਨ ਕੀਤਾ ਗਿਆ। ਹਾਲਾਂਕਿ ਇਸ ਵਾਰ ਰਾਸ਼ਟਰਪਤੀ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਿਹਾ ਟਰੰਪ ਨੇ ਇਸ ਬਹਿਸ 'ਚ ਹਿੱਸਾ ਨਹੀਂ ਲਿਆ, ਪਰ ਦਿਲਚਸਪ ਗੱਲ ਇਹ ਰਹੀ ਕਿ ਜਦੋਂ ਵੀ ਸਟੇਜ ਤੇ ਕੋਈ ਗੱਲ ਛਿੜਦੀ, ਹਰ ਵਾਰ ਕਿਤੇ ਨਾ ਕਿਤੇ ਉਹਨਾਂ ਦਾ ਜ਼ਿਕਰ, ਉਹਨਾਂ ਦਾ ਨਾਂ ਉਮੀਦਵਾਰਾਂ ਦੀ ਜ਼ੁਬਾਨ ਤੇ ਆ ਹੀ ਜਾਂਦਾ। ਕੁੱਲ ਮਿਲਾ ਕੇ ਟਰੰਪ ਇਸ ਸਟੇਜ ਤੇ ਤਾਂ ਨਹੀਂ ਮੌਜੂਦ ਸਨ, ਪਰ ਉਮੀਦਵਾਰਾਂ ਵਿਚਾਲੇ ਚਰਚਾ 'ਚ ਉਹਨਾਂ ਦੀ ਹਾਜ਼ਰੀ ਪ੍ਰਤੱਖ ਨਜ਼ਰ ਆਈ। ਰਾਸ਼ਟਰਪਤੀ ਦੀ ਦੌੜ 'ਚ ਖੜੇ ਇਹਨਾਂ 8 ਦਾਅਵੇਦਾਰਾਂ ਨੇ ਸਟੇਜ ਤੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਬਿਹਤਰ ਦਿਖਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। ਇਸ ਦੌਰਾਨ ਕਈਆਂ ਵਿਚਾਲੇ ਤਾਂ ਤਿੱਖੀ ਬਹਿਸ ਵੀ ਹੋਈ ਤੇ ਇਸ ਮਾਮਲੇ 'ਚ ਭਾਰਤੀ ਮੂਲ ਦੇ 2 ਦਾਅਵੇਦਾਰਾਂ ਨਿੱਕੀ ਹੈਲੀ ਅਤੇ ਵਿਵੇਕ ਰਾਮਾਸਵਾਮੀ ਦੇ ਨਾਂ ਸਭ ਤੋਂ ਅੱਗੇ ਨੇ। ਦੋਹਾਂ ਵਿਚਾਲੇ ਵਿਦੇਸ਼ ਨੀਤੀ ਦੇ ਮੁੱਦੇ ਤੇ ਕਾਫੀ ਵਾਦ ਵਿਵਾਦ ਦੇਖਣ ਨੂੰ ਮਿਲਿਆ। ਇਹ ਨੋਕ ਝੋਂਕ ਇੰਨੀ ਤਿੱਖੀ ਸੀ ਕਿ ਇੱਕ ਵੇਲੇ ਤਾਂ ਦੋਵੇਂ 30 ਸੈਕਿੰਡ ਤੋਂ ਵੱਧ ਸਮੇਂ ਤੱਕ ਇੱਕ ਦੂਜੇ ਤੇ ਚੀਕਦੇ ਰਹੇ ਤੇ ਇੱਕ ਦੂਜੇ ਤੇ ਉਂਗਲੀਆਂ ਚੁੱਕਦੇ ਰਹੇ। ਅਮਰੀਕਾ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਮੂਲ ਦੇ 2 ਉਮੀਦਵਾਰਾਂ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਨਾਮਜ਼ਦਗੀ ਲਈ ਪਹਿਲੀ ਪ੍ਰਾਇਮਰੀ ਬਹਿਸ ਦੌਰਾਨ ਮੰਚ ਸਾਂਝਾ ਕੀਤਾ ਹੋਵੇ ਤੇ ਦੋਹਾਂ ਦਰਮਿਆਨ ਇਹੋ ਜਿਹੇ ਹਾਲਾਤ ਬਣ ਗਏ ਹੋਣ। ਦੱਖਣੀ ਕੈਰੋਲੀਨਾ ਦੇ ਸਾਬਕਾ ਗਵਰਨਰ ਨਿੱਕੀ ਹੈਲੀ ਨੇ ਵਿਦੇਸ਼ ਮਾਮਲਿਆਂ 'ਚ ਉਹਨਾਂ ਦੀ ਸਮਰੱਥਾ ਦੀ ਕਮੀ ਅਤੇ ਰੂਸ ਪ੍ਰਤੀ ਉਹਨਾਂ ਦੇ ਰਵੱਈਏ ਲਈ ਕਰੋੜਪਤੀ ਕਾਰੋਬਾਰੀ ਵਿਵੇਕ ਰਾਮਾਸਵਾਮੀ ਦੀ ਆਲੋਚਨਾ ਕੀਤੀ। ਬਹਿਸ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਗੱਲਬਾਤ ਤੋਂ ਵਿਦੇਸ਼ ਨੀਤੀ ਤੇ ਉਹਨਾਂ ਦੇ ਮਤਭੇਦ ਸਪਸ਼ਟ ਹੋ ਗਏ ਸਨ। ਹੈਲੀ ਨੇ ਬਹਿਸ ਦੌਰਾਨ ਰਾਮਾਸਵਾਮੀ ਤੇ ਅਮਰੀਕਾ ਦੇ ਦੁਸ਼ਮਣਾਂ ਦਾ ਪੱਖ ਲੈਣ ਅਤੇ ਸਹਿਯੋਗੀਆਂ ਨੂੰ ਛੱਡਣ ਦੇ ਦੋਸ਼ ਲਾਏ। ਇਹ ਆਲੋਚਨਾ ਰਾਮਾਸਵਾਮੀ ਦੇ ਇਸ ਦਾਅਵੇ ਦੇ ਜਵਾਬ 'ਚ ਸੀ ਕਿ ਰੂਸ ਨਾਲ ਲੜਾਈ 'ਚ ਯੂਕਰੇਨ ਨੂੰ ਬਹੁਤ ਘੱਟ ਸਮਰਥਨ ਮਿਲਿਆ ਸੀ।
ਸੰਯੁਕਤ ਰਾਸ਼ਟਰ 'ਚ ਸਾਬਕਾ ਅਮਰੀਕੀ ਰਾਜਦੂਤ ਹੈਲੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਮਰਥਨ ਕਰਨ ਲਈ ਦਰਸ਼ਕਾਂ ਦੇ ਸਾਹਮਣੇ ਰਾਮਾਸਵਾਮੀ ਦੀ ਤਿੱਖੀ ਆਲੋਚਨਾ ਕੀਤੀ। ਉਹਨਾਂ ਨੇ ਆਪਣੇ ਕਾਲਪਨਿਕ ਸਰਕਾਰ ਦੇ ਤਹਿਤ ਅਮਰੀਕਾ ਦੀ ਸੁਰੱਖਿਆ ਲਈ ਵੀ ਚਿੰਤਾ ਪ੍ਰਗਟਾਈ। ਜਦੋਂ ਨਿੱਕੀ ਹੈਲੀ ਝੂਠਾ ਕਹਿ ਰਹੀ ਸੀ ਤਾਂ ਰਾਮਾਸਵਾਮੀ ਨੇ ਉਹਨਾਂ ਨੂੰ ਟੋਕਦੇ ਅਤੇ ਜਵਾਬ 'ਚ ਇਹ ਕਹਿੰਦੇ ਨਜ਼ਰ ਆਏ ਕਿ ਉਹ ਉਹਨਾਂ ਵਿਰੁੱਧ ਇਹ ਝੂਠ ਫੈਲਾ ਰਹੀ ਹੈ। ਕਿੰਗ ਚਾਰਲਸ ਨੇ ਉੱਤਰੀ ਪੱਛਮੀ ਪ੍ਰਦੇਸ਼ਾਂ ਤੇ ਬ੍ਰਿਟਿਸ਼ ਕੋਲੰਬੀਆ 'ਚ ਐਮਰਜੈਂਸੀ ਦੀਆਂ ਸਥਿਤੀਆਂ ਬਾਰੇ ਜਾਣਨ ਤੋਂ ਬਾਅਦ ਜੰਗਲੀ ਅੱਗ ਨਾਲ ਜੂਝ ਰਹੇ ਕੈਨੇਡੀਅਨ ਭਾਈਚਾਰਿਆਂ ਨੂੰ ਇੱਕ ਸੰਦੇਸ਼ ਭੇਜਿਆ ਹੈ। ਬੁੱਧਵਾਰ ਨੂੰ ਜਾਰੀ ਕਿੰਗ ਦੇ ਬਿਆਨ 'ਚ ਲਿਖਿਆ ਗਿਆ ਹੈ, ਮੈਂ ਅਤੇ ਮੇਰੀ ਪਤਨੀ ਉੱਤਰੀ ਪੱਛਮੀ ਪ੍ਰਦੇਸ਼ਾਂ ਤੇ ਬ੍ਰਿਟਿਸ਼ ਕੋਲੰਬੀਆ 'ਚ ਜੰਗਲ ਦੀ ਅੱਗ ਕਾਰਨ ਘੋਸ਼ਿਤ ਐਮਰਜੈਂਸੀ ਦੀਆਂ ਹਾਲੀਆ ਸਥਿਤੀਆਂ ਬਾਰੇ ਜਾਣਨ ਲਈ ਬਹੁਤ ਚਿੰਤਤ ਸੀ। 7 ਦਿਨ ਪਹਿਲਾਂ NWT ਸਰਕਾਰ ਨੇ ਭਿਆਨਕ ਜੰਗਲੀ ਅੱਗ ਦੇ ਕਾਰਨ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ, ਜਿਸ ਨੇ ਰਾਜਧਾਨੀ ਯੈਲੋਨਾਈਫ ਤੇ ਹੋਰ ਭਾਈਚਾਰਿਆਂ ਤੋਂ 20,000 ਤੋਂ ਵੱਧ ਲੋਕਾਂ ਨੂੰ ਕੱਢਣ ਲਈ ਮਜਬੂਰ ਕੀਤਾ। ਪਿਛਲੇ ਸਾਲ ਉਸ ਸਮੇਂ ਦੇ ਪ੍ਰਿੰਸ ਚਾਰਲਸ ਤੇ ਡਚੇਸ ਆਫ ਕਾਰਨਵਾਲ ਕੈਮਿਲਾ ਨੇ ਕੈਨੇਡਾ ਦੇ ਆਪਣੇ 3 ਦਿਨ ਦੌਰੇ ਦੌਰਾਨ ਖੇਤਰ ਦਾ ਦੌਰਾ ਕੀਤਾ, ਜਿੱਥੇ ਚਾਰਲਸ ਨੇ ਜਲਵਾਯੂ ਤਬਦੀਲੀ ਦੇ ਸਵਦੇਸ਼ੀ ਅਗਵਾਈ ਵਾਲੇ ਹੱਲਾਂ ਬਾਰੇ ਚਰਚਾ ਕਰਨ ਅਤੇ ਰਿਹਾਇਸ਼ੀ ਸਕੂਲ ਦੇ ਬੱਚੇ ਲੋਕਾਂ ਨਾਲ ਮੁਲਾਕਾਤ ਕਰਨ ਲਈ ਫਸਟ ਨੇਸ਼ਨਸ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਗਵਰਨਰ ਜਨਰਲ ਨੂੰ ਭੇਜੇ ਬਿਆਨ 'ਚ ਯਾਤਰਾ ਦਾ ਹਵਾਲਾ ਦਿੱਤਾ। ਉਹਨਾਂ ਨੇ ਕਿਹਾ, ਅਸੀਂ ਪਿਛਲੇ ਸਾਲ ਯੈਲੋਨਾਈਫ ਤੇ ਉੱਤਰੀ ਪੱਛਮੀ ਪ੍ਰਦੇਸ਼ਾਂ ਦੀ ਸਾਡੀ ਫੇਰੀ ਨੂੰ ਬੜੇ ਪਿਆਰ ਨਾਲ ਯਾਦ ਕਰਦੇ ਹਾਂ। ਅਸੀਂ ਸਿਰਫ ਉਹਨਾਂ ਭਾਈਚਾਰਿਆਂ ਵਿੱਚ ਦਿਲ ਟੁੱਟਣ ਦੀ ਕਲਪਨਾ ਕਰਨਾ ਸ਼ੁਰੂ ਕਰ ਸਕਦੇ ਹਾਂ ਕਿਉਂਕਿ ਉਹ ਇਸ ਵਿਨਾਸ਼ਕਾਰੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ। ਕਿੰਗ ਨੇ ਕਿਹਾ ਕਿ ਕੈਨੇਡਾ ਦੀ ਸੁੰਦਰਤਾ ਇਸ ਦੇ ਲੈਂਡਸਕੇਪ ਤੱਕ ਸੀਮਤ ਨਹੀਂ, ਇਸ ਦੀ ਅਸਲ ਸੁੰਦਰਤਾ ਕੈਨੇਡੀਅਨਾਂ ਦੀ ਤਾਕਤ ਅਤੇ ਲਚਕੀਲੇਪਨ ਤੇ ਮੁਸੀਬਤ ਦੇ ਸਮੇਂ ਇੱਕ ਦੂਜੇ ਦੀ ਦੇਖਭਾਲ ਤੇ ਚਿੰਤਾ 'ਚ ਹੈ। 2022 ਦੀ ਫੇਰੀ ਨੇ ਚਾਰਲਸ ਦੀ 19ਵੀਂ ਵਾਰ ਕੈਨੇਡਾ ਆਉਣ ਦੀ ਨਿਸ਼ਾਨਦੇਹੀ ਕੀਤੀ ਅਤੇ ਕੈਮਿਲਾ ਦੀ 5ਵੀਂ ਵਾਰ। ਇਸ ਤੋਂ ਪਹਿਲਾਂ ਇਹ ਜੋੜਾ ਆਖਰੀ ਵਾਰ 2017 'ਚ ਕੈਨੇਡਾ ਆਇਆ ਸੀ, ਜਦੋਂ ਉਹਨਾਂ ਨੇ ਕੈਨੇਡਾ 150 ਸਮਾਰੋਹ 'ਚ ਹਿੱਸਾ ਲਿਆ ਸੀ। ਇਸ ਦੌਰੇ ਦੇ ਦੌਰਾਨ ਚਾਰਲਸ ਅਤੇ ਕੈਮਿਲਾ ਨੇ ਇਕੁਲੀਟ, ਓਟਾਵਾ, ਵੈਲਿੰਗਟਨ, ਟ੍ਰੈਂਟਨ, ਓਨਟਾਰੀਓ ਅਤੇ ਗੈਟਿਨਿਊ ਦਾ ਦੌਰਾ ਕੀਤਾ। ਆਨਲਾਈਨ ਬਿਆਨ 'ਚ ਰਾਜਾ ਨੇ ਉਹਨਾਂ ਲੋਕਾਂ ਲਈ ਆਪਣੀ ਡੂੰਘੀ ਸੰਵੇਦਨਾ ਵੀ ਸਾਂਝੀ ਕੀਤੀ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਤੇ ਉਹਨਾਂ ਹਜ਼ਾਰਾਂ ਲੋਕਾਂ ਲਈ ਆਪਣੀਆਂ ਪ੍ਰਾਰਥਨਾਵਾਂ ਜੋ ਬੇਮਿਸਾਲ ਸੰਕਟ ਕਾਰਨ ਬੇਘਰ ਹੋ ਗਏ। ਬ੍ਰਿਟਿਸ਼ ਕੋਲੰਬੀਆ ਵੀ 18 ਅਗਸਤ ਨੂੰ ਜਾਰੀ ਕੀਤੀ ਗਈ ਇੱਕ ਸੂਬਾ ਵਿਆਪੀ ਐਮਰਜੈਂਸੀ ਦੀ ਸਥਿਤੀ ਦੇ ਅਧੀਨ ਹੈ ਕਿਉਂਕਿ ਪੂਰੇ ਖੇਤਰ 'ਚ ਜੰਗਲੀ ਅੱਗ ਨੇ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਤੇ 27,000 ਤੋਂ ਵੱਧ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਜਾਣ ਲਈ ਮਜਬੂਰ ਕੀਤਾ। ਬੁੱਧਵਾਰ ਤੱਕ ਸੂਬਾ 375 ਤੋਂ ਵੱਧ ਸਰਗਰਮ ਅੱਗਾਂ ਨਾਲ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਕੰਜ਼ਰਵੇਟਿਵ ਲੀਡਰ ਪੀਅਰ ਪੋਲੇਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਤੁਰੰਤ ਹਾਊਸ ਆਫ ਕਾਮਨਸ ਦਾ ਸੈਸ਼ਨ ਸ਼ੁਰੂ ਕਰਨ ਦੀ ਕੀਤੀ ਮੰਗ। NDP ਲੀਡਰ ਜਗਮੀਤ ਸਿੰਘ ਨੇ ਕਿਹਾ ਉਹਨਾਂ ਦੀ ਪਾਰਟੀ ਹਾਊਸਿੰਗ ਸੰਕਟ ਤੇ ਚਰਚਾ ਕਰਨ ਲਈ ਕਿਸੇ ਵੀ ਸਮੇਂ ਸਦਨ 'ਚ ਵਾਪਸੀ ਲਈ ਤਿਆਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨਾਲ ਕੀਤੀ ਗੱਲਬਾਤ। ਯੂਕਰੇਨ ਦੀ ਆਜ਼ਾਦੀ ਦੀ 32ਵੀਂ ਵਰ੍ਹੇਗੰਢ ਤੇ ਰਾਸ਼ਟਰਪਤੀ ਨੂੰ ਦਿੱਤੀ ਵਧਾਈ ਤੇ ਯੂਕਰੇਨ ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਬਰੈਂਪਟਨ ਵਿਖੇ ਭਾਰਤੀ ਮੂਲ ਦੇ ਇੱਕ ਰੀਅਲ ਅਸਟੇਟ ਏਜੰਟ ਨਿਤੀਸ਼ ਨੂੰ ਅਫੀਮ ਦਰਾਮਦ ਕਰਨ ਦਾ ਪਾਇਆ ਗਿਆ ਦੋਸ਼ੀ। ਨਿਤੀਸ਼ 2013 'ਚ ਸਟੱਡੀ ਪਰਮਿਟ ਤੇ ਕੈਨੇਡਾ ਪੁੱਜਾ ਸੀ, ਜਿਸ ਤੋਂ ਬਾਅਦ ਉਹ ਪੱਕਾ ਹੋਇਆ। ਟੋਰਾਂਟੋ ਦੇ ਪੱਛਮੀ ਇਲਾਕੇ 'ਚ ਵੀਰਵਾਰ ਸ਼ਾਮੀ ਹੋਈ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਹੋਈ ਮੌਤ, ਇੱਕ ਮਹਿਲਾ ਗੰਭੀਰ ਰੂਪ 'ਚ ਹੋਈ ਜ਼ਖਮੀ।